ਆਪਾਂ ਮੋਬਾਈਲ ਲੈਂਦੇ ਆ ਉਹ 50,000 ਲੱਖ ਦਾ ਹੋਏਗਾ, ਕਾਰ ਲੈਂਦੇ ਆ 10 ਲੱਖ 15 ਲੱਖ, ਇਹ ਕਰੋੜਾਂ ਰੁਪਏ ਦੀ ਗੇਮ ਹੈ। ਮਕਾਨ ਦੁਕਾਨ ਤਾਂ ਸਭ ਨੇ ਲੈਣੀ ਹੈ, ਹਰ ਬੰਦਾ ਇਹਦੇ ਨਾਲ ਜੁੜਿਆ ਹੋਇਆ ਹੈ। ਔਰ ਜਿਹੜੇ ਬਿਜ਼ਨਸਮੈਨ ਨੇ ਉਹ 80% ਬਿਜ਼ਨਸਮੈਨ ਰੀਅਲ ਸਟੇਟ ਦੇ ਕਾਰੋਬਾਰੀ, ਰੀਅਲ ਸਟੇਟ ਤੇ ਆਪਣੀ ਰੋਟੇਸ਼ਨ ਕਮਾਉਂਦੇ। ਰਾਤੋਂ ਰਾਤ ਜਿਹੜੇ ਪ੍ਰੋਪਰਟੀ ਡੀਲਰ ਹੁੰਦੇ ਨੇ ਉਹ ਕਰੋੜਾਂ ਰੁਪਏ ਛਾਪ ਲੈਂਦੇ ਨੇ, ਉਹ ਬਹੁਤ ਅਰਬਾਂ ਖਰਬਾਂ ਦੇ ਹੋ ਜਾਂਦੇ ਨੇ। ਐਡਾ ਕੀ ਹੈ, ਕਿਵੇਂ ਕੰਮ ਕਰਦਾ ਹੈ ਬਿਜ਼ਨਸ, ਇੰਨਾ ਤਕੜਾ ਕਿਵੇਂ ਹੈ ਕਿ ਸਭ ਤੋਂ ਵੱਡਾ ਇਹ ਜਿਹੜਾ ਬਿਜ਼ਨਸ ਧੰਦਾ ਹੈ, ਸਭ ਤੋਂ ਜ਼ਿਆਦਾ ਇਹਦਾ ਵੋਲਿਊਮ ਹੈ ਔਰ ਇਹ ਟੋਟਲੀ ਅਨਆਰਗੇਨਾਈਜ਼ਡ ਹੈ। ਪਹਿਲਾਂ ਤਾਂ ਰੇਰਾ ਤੋਂ ਸ਼ੁਰੂਆਤ ਕਰ ਲੈਂਦੇ। ਰੇਰਾ ਹੈ ਕੀ ਹੈ? ਦੇਖੋ, ਰੇਰਾ ਇੱਕ ਐਸੀ ਬੋਡੀ ਹੈ, ਐਸੀ ਰੈਗੂਲੇਟਰੀ ਹੈ ਜਿਹੜੀ ਕਿ ਆਮ ਆਦਮੀ ਦੇ, ਆਮ ਬੰਦੇ ਨੇ ਜਿਹਨੇ ਮਕਾਨ ਲੈਣਾ ਹੈ, ਦੁਕਾਨ ਲੈਣਾ ਹੈ, ਉਹਦੇ ਹੱਕਾਂ ਨੂੰ ਮਜ਼ਬੂਤ ਕਰ। ਪਰ ਬਦਕਿਸਮਤੀ ਹੈ ਕਿ ਰੇਰਾ ਆਉਣ ਤੋਂ ਬਾਅਦ ਵੀ ਰੇਰਾ ਇੰਪਲੀਮੈਂਟ ਨਹੀਂ ਹੋ ਰਹੀ। ਬਹੁਤ ਹੀ ਮੈਨੂੰ ਇੱਥੇ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਪੋਲੀਟੀਸ਼ੀਅਨਸ, ਸਰਕਾਰਾਂ ਜਿਹੜੀਆਂ ਨੇ ਉਹ ਲੱਖਾਂ ਲੋਕਾਂ ਦੇ ਹੱਕ ਦੇ ਬਾਰੇ ਨਹੀਂ ਸੋਚ ਰਹੀਆਂ, ਕੁਝ ਚੰਦ ਬਿਲਡਰਸ ਦੇ ਬਾਰੇ ਸੋਚ ਰਹੀਆਂ ਨੇ। ਪਰ ਮਾਨ ਸਾਹਿਬ, ਜਦੋਂ ਅਸੀਂ ਅਨਆਰਗੇਨਾਈਜ਼ਡ ਚੀਜ਼ ਦੀ ਗੱਲ ਕਰਦੇ ਹਾਂ ਤੇ ਬੇਨਾਮੀ ਪ੍ਰਾਪਰਟੀ, ਤਾਂ ਫਿਰ ਅਨਆਰਗੇਨਾਈਜ਼ਡ 'ਚ ਬੇਨਾਮੀ ਤੋਂ ਪ੍ਰਾਪਰਟੀ ਆਉਂਦੀ ਹੈ, ਉਹ ਇੱਕ ਅਲੱਗ ਮੁੱਦਾ ਹੈ। ਇਹ ਇੱਕ ਉਹਨੂੰ ਅਸੀਂ ਰੀਅਲ ਸਟੇਟ ਜਾਂ ਪ੍ਰਾਪਰਟੀ ਦੇ ਕਾਰੋਬਾਰ ਨਾਲ ਨਾ ਜੋੜੀਏ। ਧੋਖਾਧੜੀ ਹੈ ਤੇ ਤੂੰ ਬਚਿਆ ਕਿੱਦਾਂ ਜਾ ਸਕਦਾ ਹੈ? ਐਨਆਰਆਈਜ਼ ਨੂੰ ਪ੍ਰੋਬਲਮ ਇਹ ਆਉਂਦੀ ਹੈ ਕਿ ਇੱਕ ਉਹਨਾਂ ਨੇ ਮਕਾਨ ਕਿਰਾਏ 'ਤੇ ਦੇ ਦਿੱਤਾ ਹੁੰਦਾ, ਕੇਸ ਲੜਿਆ ਜਾਂਦਾ ਤੇ ਬਹੁਤੇ ਕੇਸਾਂ ਦੇ ਵਿੱਚ ਉਹ ਕੇਸ ਹਾਰ ਜਾਂਦਾ ਹੈ। ਇਹਦੇ ਲਈ ਕੀ ਕਰਨਾ ਚਾਹੀਦਾ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਅਸੀਂ ਕਿਸੇ ਵੀ ਦੁਨੀਆ ਦੇ ਕੋਨੇ 'ਤੇ ਰਹਿ ਲਈਏ, ਸੁਪਨਾ ਸਾਡਾ ਸਾਰਿਆਂ ਦਾ ਹੀ ਹੁੰਦਾ ਹੈ ਕਿ ਭਈ ਇੱਕ ਆਪਣਾ ਘਰ ਹੋਵੇ, ਇੱਕ ਆਪਣੀ ਪ੍ਰਾਪਰਟੀ ਹੋਵੇ। ਤੇ ਜੇ ਥੋੜ੍ਹੇ ਜਿਹੇ ਸਰਦੇ ਹਾਂ ਅਸੀਂ ਤਾਂ ਅਸੀਂ ਫਿਰ ਪ੍ਰਾਪਰਟੀ ਤੋਂ ਦੂਸਰੀ ਪ੍ਰਾਪਰਟੀ ਬਣਾਉਂਦੇ ਹਾਂ। ਸਾਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਇਨਵੈਸਟਮੈਂਟ ਹੈ। ਸੋ ਇਸ ਪ੍ਰਾਪਰਟੀ ਦੇ ਉੱਤੇ ਕਿ ਪ੍ਰਾਪਰਟੀ ਹੈ ਕੀ, ਯਾਨੀ ਕਿ ਰੀਅਲ ਸਟੇਟ ਪ੍ਰਾਪਰਟੀ ਹੈ ਕੀ ਹੈ, ਕਿਵੇਂ ਕੰਮ ਕਰਦੀ ਹੈ, ਸਭ ਕਾਸੇ ਦੀਆਂ ਗੱਲਾਂ ਕਰਦਾ ਸਾਡਾ ਇਹ ਪ੍ਰੋਗਰਾਮ ਰਿਐਲਿਟੀ ਚੈੱਕ, ਯਾਨੀ ਕਿ ਰੀਅਲ ਸਟੇਟ ਪ੍ਰਾਪਰਟੀਜ਼ ਦੀ ਰਿਐਲਿਟੀ ਚੈੱਕ ਕਰੇਗਾ। ਔਰ ਮੇਰੇ ਨਾਲ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਦੇ ਲਈ ਰਿਐਲਿਟੀ ਗੁਰੂ ਨੇ, ਯਾਨੀ ਕਿ ਇਹ ਕਹਿ ਲਓ ਕਿ ਪ੍ਰਾਪਰਟੀ ਗੁਰੂ ਨੇ, ਜਿਹੜੇ ਰਿਐਲਿਟੀ ਚੈੱਕ ਕਰਨਗੇ। ਰੀਅਲ ਸਟੇਟ ਕੰਸਲਟੈਂਟ ਨੇ ਹਨੀਮਾਨ ਜੀ, ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਟੀਵੀ ਪੰਜਾਬ ਦੇ ਵਿਊਵਰਸ ਜਿਹੜੇ ਕਿ ਇਹ ਪ੍ਰੋਗਰਾਮ ਦੇਖ ਰਹੇ ਨੇ, ਚਾਹੇ ਉਹ ਦੇਸ਼ ਵਿੱਚ ਨੇ ਚਾਹੇ ਪ੍ਰਦੇਸ਼ਾਂ 'ਚ ਨੇ, ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ, ਜਦੋਂ ਪ੍ਰਾਪਰਟੀ ਦੀ ਗੱਲ ਕਰਦੇ ਹਾਂ ਤੇ ਪਹਿਲਾਂ ਇੱਥੇ ਸ਼ੁਰੂਆਤ ਕਰ ਲੈਂਦੇ। ਮੈਨੂੰ ਲੱਗਦਾ ਕਿ ਪ੍ਰਾਪਰਟੀ ਹੈ ਕੀ ਹੈ ਬੇਸਿਕਲੀ, ਪ੍ਰਾਪਰਟੀ ਕਹਿੰਦੇ ਕਿਹਨੂੰ ਆ? ਪ੍ਰਾਪਰਟੀ ਕਹਿੰਦੇ ਕਿਹਨੂੰ? ਦੇਖੋ ਜੀ, ਪ੍ਰਾਪਰਟੀ ਜ਼ਮੀਨ ਜਾਇਦਾਦ, ਹਰ ਇੱਕ ਸਭ ਤੋਂ ਪਹਿਲੀ ਗੱਲ ਆਉਂਦੀ ਜ਼ਮੀਨ ਜਾਇਦਾਦ, ਪ੍ਰਾਪਰਟੀ। ਔਰ ਜਿੰਨਾ ਵੀ ਸਾਡਾ ਬਿਜ਼ਨਸ ਹੈ, ਸਾਡੀ ਇੰਡੀਆ ਦੀ ਡਿਵੈਲਪਮੈਂਟ ਹੈ, ਜਿਹੜੀ ਸਾਡੀ ਜਿਹੜੀ ਹੈ GDP ਗਰੋਥ ਹੈ, ਉਹ ਸਾਰੀ ਹੀ ਰੀਅਲ ਸਟੇਟ ਦੇ ਉੱਤੇ, ਇਨਫਰਾਸਟ੍ਰਕਚਰ ਦੇ ਉੱਤੇ ਡਿਪੈਂਡ ਕਰਦੀ ਹੈ। ਪ੍ਰਾਪਰਟੀ ਬਾਜ਼ਾਰ ਜਿਹੜਾ ਹੈ ਉਹ ਇੱਕ ਇਨਫਰਾਸਟ੍ਰਕਚਰ ਦਾ ਪਾਰਟ ਹੈ। ਇਨਫਰਾਸਟ੍ਰਕਚਰ ਡਿਵੈਲਪਮੈਂਟ, ਦੇਸ਼ ਦੀ ਉੱਨਤੀ, ਸੜਕਾਂ, ਰੋਡਸ, ਨਵੇਂ ਹਾਊਸਿੰਗ, ਇਹ ਸਾਰਾ ਨੂੰ ਇਕੱਠਾ ਕੀਤਾ ਜਾਵੇ, ਅਗਰ ਇੱਕ ਸ਼ਬਦ ਦੇ ਨਾਲ ਇਹਨੂੰ ਬਿਆਨ ਕਰਨਾ ਹੋਵੇ ਤਾਂ ਅਸੀਂ ਉਹਨੂੰ ਪ੍ਰਾਪਰਟੀ ਕਹਿੰਦੇ ਹਾਂ, ਰੀਅਲ ਸਟੇਟ। ਔਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਇਹ ਸਭ ਤੋਂ ਵੱਡਾ ਬਿਜ਼ਨਸ ਹੈ, ਸਭ ਤੋਂ ਵੋਲਿਊਮ ਵਾਲਾ ਬਿਜ਼ਨਸ ਹੈ। ਇਹਦੇ 'ਚ ਬਿਜ਼ਨਸ ਦਾ ਵੋਲਿਊਮ ਬਹੁਤ ਹੈ। ਅੱਛਾ, ਵੋਲਿਊਮ ਦੀ ਜਦੋਂ ਤੁਸੀਂ ਗੱਲ ਕਰਦੇ ਹੋ, ਵੋਲਿਊਮ ਕਿਹੜੀ ਸੈਂਸ 'ਚ ਹੈ? ਕਿ ਇਕਨੋਮਿਕਲੀ ਸੈਂਸ 'ਚ ਵੋਲਿਊਮ ਬਹੁਤ ਹੈ, ਡਿਵੈਲਪਮੈਂਟ ਸੈਂਸ ਦੇ ਵਿੱਚ ਵੋਲਿਊਮ ਬਹੁਤ ਹੈ, ਇਨਫਰਾਸਟ੍ਰਕਚਰ ਦੇ ਵਿੱਚ ਵੋਲਿਊਮ ਬਹੁਤ ਹੈ, ਕਿਸ ਚੀਜ਼ ਦੇ ਵਿੱਚ ਵੋਲਿਊਮ ਆ? ਕਿਵੇਂ, ਕਿਹੜੀ ਡਾਈਮੈਂਸ਼ਨ ਜ਼ਿਆਦਾ ਹੈ? ਸਾਰੇ ਡਾਈਮੈਂਸ਼ਨਸ ਮੈਂ ਪਹਿਲੇ ਜ਼ਿਕਰ ਕੀਤਾ ਕਿ ਇੱਕ ਇਨਫਰਾਸਟ੍ਰਕਚਰ ਡਿਵੈਲਪਮੈਂਟ, ਦੇਸ਼ ਦੀ ਉੱਨਤੀ, ਉਹ ਸਾਰੀ ਚੀਜ਼ਾਂ ਨੂੰ ਮਿਲਾ ਕੇ ਹੀ ਇੱਕ ਰੀਅਲ ਸਟੇਟ ਬਣਦੀ, ਪ੍ਰਾਪਰਟੀ ਬਣਦੀ ਹੈ। ਉਹ ਪ੍ਰਾਪਰਟੀ ਇੱਕ ਫਿਨਿਸ਼ ਪ੍ਰੋਡਕਟ ਬਣਦਾ, ਮਕਾਨ, ਦੁਕਾਨ, ਹੈ ਨਾ, ਇੱਕ ਫਿਨਿਸ਼ ਪ੍ਰੋਡਕਟ। ਪੈਟਰੋਲ ਪੰਪ ਹੈ, ਉਹ ਕਿੱਥੇ ਲੱਗਿਆ ਹੋਏਗਾ, ਉੱਥੇ ਡਿਵੈਲਪਮੈਂਟ ਹੋਈ ਹੋਏਗੀ, ਸੜਕ ਬਣੀ ਹੋਏਗੀ, ਹੈ ਨਾ, ਉਹ ਇਨਫਰਾਸਟ੍ਰਕਚਰ ਡਿਵੈਲਪ ਹੋਇਆ, ਪੈਟਰੋਲ ਪੰਪ ਬਣਿਆ। ਪੈਟਰੋਲ ਪੰਪ ਫਿਰ ਰੀਅਲ ਸਟੇਟ 'ਚ ਆ ਗਿਆ, ਉਹ ਪ੍ਰਾਪਰਟੀ ਬਣ ਗਈ। ਅਪਾਰਟਮੈਂਟਸ ਹੈ, ਕਲੋਨੀ ਹੈ ਕਿਸੇ ਦੀ, ਹੈ ਨਾ, ਉਹ ਇਹਦਾ ਵੋਲਿਊਮ ਬਹੁਤ ਹੈ। ਆਪਾਂ ਮੋਬਾਈਲ ਲੈਂਦੇ ਆ ਉਹ 50,000 ਲੱਖ ਦਾ ਹੋਏਗਾ, ਕਾਰ ਲੈਂਦੇ ਆ 10 ਲੱਖ 15 ਲੱਖ, ਇਹ ਕਰੋੜਾਂ ਰੁਪਏ ਦੀ ਗੇਮ ਹੈ। ਹਰ ਬੰਦੇ 50 ਲੱਖ ਦਾ ਇੱਕ ਫਲੈਟ ਹੈ, 100 ਫਲੈਟ ਹੋਏ ਤਾਂ ਕਿੱਥੇ ਵੋਲਿਊਮ ਪਹੁੰਚਾ, 1000 ਹੋਏ ਤਾਂ, ਹੈ ਨਾ। ਵੋਲਿਊਮ ਬਹੁਤ ਜ਼ਿਆਦਾ ਹੈ, ਬਿਜ਼ਨਸ ਵੋਲਿਊਮ ਬਹੁਤ ਹੀ ਜ਼ਿਆਦਾ ਹੈ। ਔਰ ਹਰ ਇਨਸਾਨ ਇਹਦੇ, ਹਰ ਜੋ ਵੀ ਮਕਾਨ ਦੁਕਾਨ ਤਾਂ ਸਭ ਨੇ ਲੈਣੀ ਹੈ, ਹਰ ਬੰਦਾ ਇਹਦੇ ਨਾਲ ਜੁੜਿਆ ਹੋਇਆ ਹੈ। ਔਰ ਜਿਹੜੇ ਬਿਜ਼ਨਸਮੈਨ ਨੇ ਉਹ 80% ਬਿਜ਼ਨਸਮੈਨ ਰੀਅਲ ਸਟੇਟ ਦੇ ਕਾਰੋਬਾਰੀ, ਰੀਅਲ ਸਟੇਟ ਤੇ ਆਪਣੀ
ਰੋਟੇਸ਼ਨ ਕਮਾਉਂਦੇ ਉਹ ਨੇ। ਫਿਰ ਉਹਨਾਂ ਨੂੰ ਨਰਵਸ ਪਤਾ ਹੈ ਨਾ ਕਿ ਇਸ ਤੋਂ ਪੈਸਾ ਪਾਉਣਾ। ਜੀ 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 ਅੱਛਾ, ਜੀ। ਜਦੋਂ ਆਪਾਂ ਗੱਲ ਕਰਦੇ, ਮੈਂ ਵੈਸੇ ਵੀ ਸੁਣਿਆ ਕਿ ਰਾਤੋਂ ਰਾਤ ਜਿਹੜੇ ਪ੍ਰਾਪਰਟੀ ਡੀਲਰ ਹੁੰਦੇ ਨੇ ਉਹ ਕਰੋੜਾਂ ਰੁਪਏ ਛਾਪ ਲੈਂਦੇ ਨੇ, ਉਹ ਬਹੁਤ ਅਰਬਾਂ ਖਰਬਾਂ ਦੇ ਹੋ ਜਾਂਦੇ ਨੇ। ਐਡਾ ਕੀ ਹੈ, ਕਿਵੇਂ ਕੰਮ ਕਰਦਾ ਹੈ ਬਿਜ਼ਨਸ, ਇੰਨਾ ਤਕੜਾ ਕਿਵੇਂ, ਜਿਵੇਂ ਦੱਸ ਹੀ ਦਿੱਤਾ ਕਿ ਵੈਸੇ ਤਾਂ ਜੀ 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 ਜਦੋਂ ਜੀ। ਨਰਵਸ ਦੀ ਗੱਲ ਕਰਦੇ ਆ, ਕਿਹੜੀਆਂ ਵਿਚਲੀਆਂ ਗੱਲਾਂ ਕੁੰਡੀਆਂ ਕਿਹੜੀਆਂ ਨੇ? ਕੁੰਡੀਆਂ ਇਸ ਤਰ੍ਹਾਂ ਦੇਖੋ ਜੀ, ਪਹਿਲੀ ਗੱਲ ਤਾਂ ਪ੍ਰਾਪਰਟੀ ਡੀਲਰ, ਅੱਜ ਤੱਕ ਮੇਰਾ ਵੀ 12-13 ਸਾਲ ਦਾ ਸਫ਼ਰ ਹੈ ਇੱਕ ਇਸ ਰੀਅਲ ਸਟੇਟ ਦੇ ਉੱਤੇ। ਐਕਚੁਅਲੀ ਨਾ ਡੀਲਰ ਦੇ ਇੱਥੇ ਮਾਇਨੇ ਨਹੀਂ ਸਮਝ ਆਉਂਦੇ ਕਿਸੇ ਨੂੰ। ਡੀਲਰ ਹੁੰਦਾ ਜਿਹੜਾ ਡੀਲ ਕਰਾਉਂਦਾ ਹੈ, ਬ੍ਰੋਕਰ ਜਿਹੜਾ ਵਿਚੋਲੀ ਆ, ਆਪਾਂ ਪੰਜਾਬੀ 'ਚ ਗੱਲ ਕਰੀਏ ਤਾਂ ਉਹ ਵਿਚੋਲੀ ਹੈ। ਉਹਦਾ ਕੰਮ ਕੀ ਹੈ? ਦੋ ਬੰਦਿਆਂ ਨੂੰ ਮਿਲਾਉਣਾ। ਉਹ ਡੀਲਰਸ ਨਾਟ ਉਹ ਡੀਲਰ ਜਿਹੜਾ ਹੈ ਬਾਅਦ ਚੋਂ ਫਿਰ ਇਨਵੈਸਟਰ ਦੀ ਸ਼ਕਲ ਰੂਪ ਚ ਆ ਜਾਂਦੇ ਨੇ। ਕੁਝ ਰੀਅਲ ਸਟੇਟ ਇਨਵੈਸਟਰਸ ਹੁੰਦੇ ਨੇ, ਬਿਲਡਰਸ ਹੁੰਦੇ ਨੇ। ਇੱਕ ਸਾਰਾ ਇੱਕ ਬਿਜ਼ਨਸ ਦਾ ਸਾਈਕਲ ਹੈ ਜਿਹੜਾ ਇੱਕ ਦੂਜੇ ਦੇ ਨਾਲ ਕੜੀ ਬੰਦ ਕੜੀ ਜੁੜਿਆ ਹੋਇਆ ਹੈ। ਸੋ ਪਾਰਟਿਕੂਲਰ ਡੀਲਰ ਰਾਤੋਂ ਰਾਤ ਅਮੀਰ ਨਹੀਂ ਬਣ ਜਾਂਦਾ। ਡੀਲਰ ਉਹ ਇੱਕ ਸਿਸਟਮ ਦੇ ਹਿਸਾਬ ਨਾਲ, ਜਿਹੜੀ ਸਾਡੀ ਇਹ ਸਿਸਟਮ ਚੱਲ ਰਿਹਾ ਇੰਡੀਆ ਦੇ ਵਿੱਚ, ਉਹ ਇੱਕ ਪੂਰੀ ਕੜੀ ਨਾਲ ਕੜੀ ਜੁੜੀ ਹੋਈ ਅੱਛਾ, ਹੈ। ਪਹਿਲਾਂ ਉਹ ਵਿਚੋਲੀਆ ਹੁੰਦਾ, ਫਿਰ ਉਸ ਤੋਂ ਬਾਅਦ ਉਹ ਇਨਵੈਸਟਰ ਬਣਦਾ, ਇਨਵੈਸਟਰ ਤੋਂ ਬਾਅਦ ਫਿਰ ਉਹ ਕਹਿ ਲਓ ਕਿ ਰੀਅਲ ਸਟੇਟ ਦੇ ਵਿੱਚ ਬਹੁਤ ਤਕੜਾ ਕਹਿ ਲਓ ਕਿ ਬਿਜ਼ਨਸਮੈਨ ਬਣ ਜਾਂਦਾ। ਦੇਖੋ ਇਹ ਬਿਲਕੁਲ ਤੁਹਾਡੀ ਗੱਲ ਸੱਚਾਈ ਹੈ, ਲੇਕਿਨ ਮੈਂ ਇੱਥੇ ਗੱਲ ਕਹਿਣਾ ਚਾਹਾਂਗਾ ਕਿ ਸਭ ਤੋਂ ਵੱਡਾ ਇਹ ਜਿਹੜਾ ਬਿਜ਼ਨਸ ਧੰਦਾ ਹੈ, ਸਭ ਤੋਂ ਜ਼ਿਆਦਾ ਇਹਦਾ ਵੋਲਿਊਮ ਹੈ ਔਰ ਇਹ ਟੋਟਲੀ ਅਨਆਰਗੇਨਾਈਜ਼ਡ ਹੈ। ਇੰਡੀਆ ਇੱਕ ਐਸਾ ਮੁਲਕ ਹੈ ਜਿੱਥੇ ਰੀਅਲ ਸਟੇਟ ਅਨਆਰਗੇਨਾਈਜ਼ਡ ਹੈ। ਅੱਛਾ, ਤੇ ਜਦੋਂ ਚਲੋ ਆਪਾਂ ਇੰਡੀਆ ਤੋਂ ਥੋੜਾ ਜਿਹਾ ਥੱਲੇ ਆ ਕੇ ਸਟੇਟ ਦੀ ਗੱਲ ਕਰ ਲੈਂਦੇ ਹਾਂ, ਜੀ ਪੰਜਾਬ ਦੀ ਜੀ ਗੱਲ ਜੀ ਕਰ ਲੈਂਦੇ ਹਾਂ। ਜੀ ਜੀ। ਕੈਪਟਨ ਸਾਹਿਬ ਸੱਤਾ ਚਾਹੁੰਦੇ ਨੇ, ਮੋਦੀ ਸਾਹਿਬ ਵੀ ਜਦੋਂ ਦੂਸਰੀ ਵਾਰ ਸੱਤਾ ਚਾਹੁੰਦੇ ਨੇ, ਉਹਨਾਂ ਦਾ ਵੀ ਇਹ ਹੁੰਦਾ ਕਿ ਬੇਨਾਮੀ ਪ੍ਰਾਪਰਟੀਆਂ ਜਿਹੜੀਆਂ ਨੇ ਨਾ, ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਰਜਿਸਟਰ ਕੀਤਾ ਜਾਊਗਾ। ਬਿਲਕੁਲ ਫਿਰ ਉਹਨਾਂ ਦੀ ਇੱਕ ਲਿਸਟ ਬਣਾਈ ਜਾਊਗੀ, ਫਹਿਰਿਸਤ ਬਣਾਈ ਜਾਊਗੀ, ਫਿਰ ਉਹਦੇ ਤੇ ਕੰਮ ਹੋਊਗਾ। ਬੇਨਾਮੀ ਪ੍ਰਾਪਰਟੀਆਂ ਕੀ ਹੈ? ਦੇਖੋ ਇਹ ਇੰਡੀਆ ਦੇ ਵਿੱਚ ਬੜਾ ਹੀ ਪੁਰਾਣਾ ਇੱਕ ਸਿਸਟਮ ਚੱਲ ਰਿਹਾ। ਅਸੀਂ ਰਾਤੋਂ ਰਾਤ ਇਸ ਸਿਸਟਮ ਨੂੰ ਚੇਂਜ ਨਹੀਂ ਕਰ ਸਕਦੇ। ਬੇਨਾਮੀ ਪ੍ਰਾਪਰਟੀਆਂ ਜਿਹੜੀਆਂ ਕਿ ਇੱਕ ਬੰਦੇ ਕੋਲ 50 ਪ੍ਰਾਪਰਟੀਆਂ ਨੇ, 10 ਪ੍ਰਾਪਰਟੀਆਂ ਨੇ, ਉਹ ਆਪਣੇ ਨਾਮ ਤੇ ਤਾਂ ਨਹੀਂ ਲਏਗਾ ਨਾ ਜੀ, ਉਹ ਕਿਸੇ ਹੋਰ ਦੇ ਨਾਮ ਤੇ ਲਏਗਾ। ਇਹ ਸਿਸਟਮ ਨੂੰ ਕੰਟਰੋਲ ਜਦੋਂ ਸਰਕਾਰਾਂ ਆਉਂਦੀਆਂ ਨੇ ਉਦੋਂ ਕੰਟਰੋਲ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਲੇਕਿਨ ਉਹ ਇੱਕ ਸਿਸਟਮ ਨੂੰ ਇੰਨੀ ਜਲਦੀ ਕੰਟਰੋਲ ਕਰਨਾ ਬਹੁਤ ਹੀ ਮੁਸ਼ਕਲ ਕੰਮ ਹੈ। ਇੱਕ ਸਿਸਟਮ ਬਣਾਉਣਾ ਪਏਗਾ। ਉਹ ਸਿਸਟਮ ਜਿਹੜਾ ਹੈ, ਉਹ ਸਿਸਟਮ ਇੱਕ ਰੈਗੂਲੇਟਰੀ ਹੈ ਜਿਹੜੀ ਕਿ ਰੇਰਾ ਇੰਡੀਆ 'ਚ ਆ ਚੁੱਕੀ ਹੈ। ਅੱਛਾ, ਰੇਰਾ ਇੰਡੀਆ ਤੁਸੀਂ ਗੱਲ ਹੀ ਕਰ ਲਈ ਹੈ, ਪਹਿਲਾਂ ਤਾਂ ਆਪਾਂ ਰੇਰਾ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਰੇਰਾ ਹੈ ਕੀ ਹੈ? ਦੇਖੋ ਰੇਰਾ ਇੱਕ ਐਸੀ ਬਾਡੀ ਹੈ, ਐਸੀ ਰੈਗੂਲੇਟਰੀ ਹੈ ਜਿਹੜੀ ਕਿ ਆਮ ਆਦਮੀ ਦੇ, ਆਮ ਬੰਦੇ ਨੇ ਜਿਹਨੇ ਮਕਾਨ ਲੈਣਾ ਹੈ, ਦੁਕਾਨ ਲੈਣਾ ਹੈ, ਉਹਦੇ ਹੱਕਾਂ ਨੂੰ ਮਜ਼ਬੂਤ ਕਰਦੀ ਹੈ। ਉਹ ਧੋਖਾਧੜੀ ਤਾਂ ਨਹੀਂ ਦੇ ਰਿਹਾ, ਬਿਲਡਰ ਉਹਨੂੰ ਟਾਈਮ ਸਿਰ ਡਿਲੀਵਰੀ ਦੇ ਰਿਹਾ, ਉਹਦਾ ਜਿਹੜਾ ਪੈਸਾ ਬਿਲਡਰ ਵੱਲ ਜਾ ਰਿਹਾ ਹੈ, ਉਹ ਪ੍ਰਾਪਰਟੀ ਲੈ ਰਿਹਾ ਹੈ। ਉਹ ਇੱਕ ਰੇਰਾ ਦੇ ਅੰਡਰ ਇੱਕ ਬਾਡੀ ਬਣੀ ਹੋਈ ਹੈ, ਰੀਅਲ ਸਟੇਟ ਰੈਗੂਲੇਟਰੀ ਹੈ। ਉਹਦੇ ਵਿੱਚ ਬਾਇਰ ਔਰ ਬਿਲਡਰ ਦੋਨਾਂ ਦੇ ਹੱਕ ਨੂੰ ਮੱਦੇਨਜ਼ਰ ਰੱਖੀ ਗਈ ਹੈ। ਪਰ ਬਦਕਿਸਮਤੀ ਹੈ ਕਿ ਰੇਰਾ ਆਉਣ ਤੋਂ ਬਾਅਦ ਵੀ ਰੇਰਾ ਇੰਪਲੀਮੈਂਟ ਨਹੀਂ ਹੋ ਰਹੀ। ਰੇਰਾ ਇੰਪਲੀਮੈਂਟ ਵੀ ਨਹੀਂ ਹੋ ਰਹੀ, ਔਰ ਮੈਨੂੰ ਲੱਗਦਾ ਜੇ ਇੰਪਲੀਮੈਂਟ ਵੀ ਹੋ ਰਹੀ ਹੈ ਤਾਂ ਫਿਰ ਉਹ ਕੋਰਟ ਕੇਸਿਸ ਜਿਹੜੇ ਨੇ ਉਹ ਇੰਨੇ ਲੰਮੇ ਚੱਲਦੇ ਨੇ ਕਿ ਜੀ ਕੋਰਟ ਕੇਸਿਸ ਦਾ। ਰੇਰਾ ਨਾ ਇੰਡੀਆ ਦੇ ਵਿੱਚ ਨਵੀਂ ਚੀਜ਼ ਹੈ, ਹਲੇ ਨਵੀਂ ਚੀਜ਼ ਆ ਰਹੀ ਹੈ। ਰੇਰਾ ਹਲੇ ਇੰਪਲੀਮੈਂਟ ਹੋ ਰਹੀ ਹੈ। ਉਸ ਤੋਂ ਬਾਅਦ ਇਹਨਾਂ ਹਲੇ ਲੋਕਾਂ ਨੂੰ ਜਾਗਰੂਕਤਾ ਨਹੀਂ ਹੈ। ਔਰ ਸਭ ਤੋਂ ਵੱਡਾ ਅਸੀਂ ਟੀਵੀ ਪੰਜਾਬ ਨੂੰ ਮੈਂ ਤੁਹਾਡੇ ਤੇ ਜ਼ਿੰਮੇਵਾਰੀ ਬਣਦੀ ਹੈ, ਅਗਰ ਤੁਸੀਂ ਇਹ ਰਿਐਲਿਟੀ ਚੈੱਕ ਸ਼ੋਅ ਬਣਾ ਰਹੇ ਹੋ, ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਲੋਕਾਂ ਨੂੰ ਰੇਰਾ ਦੇ ਬਾਰੇ ਜਾਣਕਾਰੀ ਦਈਏ। ਸਾਡੇ ਇਹ ਸ਼ੋਅ ਦੀ ਹਰ ਸੀਰੀਜ਼ ਦੇ ਵਿੱਚ ਰੇਰਾ ਦੇ ਬਾਰੇ ਜਾਗਰੂਕਤਾ ਕਰਾਉਣੀ ਬਹੁਤ ਹੀ ਜ਼ਰੂਰੀ ਹੈ। ਮੈਂ ਆਪਣੇ ਵੱਲੋਂ ਵਚਨਬੱਧ ਹਾਂ ਇਸ ਸ਼ੋਅ ਦੇ ਵਿੱਚ ਕਿ ਅਸੀਂ ਲੋਕਾਂ ਨੂੰ ਉਹਨਾਂ ਦੇ ਹੱਕਾਂ ਦੇ ਬਾਰੇ ਜ਼ਰੂਰ ਦੱਸਾਂਗੇ, ਤਾਂ ਕਿ ਇਹ ਜਿਹੜਾ ਬਿਜ਼ਨਸ ਹੈ ਅਨਆਰਗੇਨਾਈਜ਼ਡ ਹੈ, ਇਹ ਆਰਗੇਨਾਈਜ਼ਡ ਹੋਵੇ। ਰੇਰਾ ਦੇ ਬਾਰੇ ਲੋਕਾਂ ਨੂੰ ਪਤਾ ਲੱਗੇ। ਬਹੁਤ ਹੀ ਮੈਨੂੰ ਇੱਥੇ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਪੋਲੀਟੀਸ਼ੀਅਨਸ, ਸਰਕਾਰਾਂ ਜਿਹੜੀਆਂ ਨੇ, ਉਹ ਲੱਖਾਂ ਲੋਕਾਂ ਦੇ ਹੱਕ ਦੇ ਬਾਰੇ ਨਹੀਂ ਸੋਚ ਰਹੀਆਂ, ਕੁਝ ਚੰਦ ਬਿਲਡਰਸ ਦੇ ਬਾਰੇ ਸੋਚ ਰਹੀਆਂ ਨੇ। ਜਿਹੜੇ ਲੱਖਾਂ ਲੋਕ ਨੇ ਜਿਨ੍ਹਾਂ ਦਾ ਮਕਾਨ, ਦੁਕਾਨ ਇੱਕ ਸੁਪਨਾ ਹੈ ਉਹਨਾਂ ਲੋਕਾਂ ਦੇ ਹੱਕ ਦੇ ਬਾਰੇ ਜਿਸ ਦਿਨ ਸੋਚਣਾ ਸ਼ੁਰੂ ਕਰਤਾ, ਰੀਅਲ ਸਟੇਟ ਦੀ ਗਰਾਊਂਡ ਲੈਵਲ ਦੇ ਉੱਤੇ ਰੇਰਾ ਤੋਂ ਹੀ ਉੱਪਰ ਸਾਰੀ ਸਕੀਮ ਆਏਗੀ, ਆਰਗੇਨਾਈਜ਼ਡ ਹੋਏਗਾ ਜੀ। ਅੱਛਾ, ਮੇਰਾ ਅਗਲਾ ਸਵਾਲ, ਤੁਸੀਂ ਕਹਿੰਦੇ ਸੀ ਨਾ ਕਿ ਇੱਕ ਬੰਦਾ ਆ, ਉਹਦੇ ਨਾਂ ਤੇ 50, 60, 70, 200, 300 ਪ੍ਰਾਪਰਟੀਜ਼ ਮਤਲਬ ਉਹਦੇ ਕੋਲੇ ਹੈ, ਉਹ ਕਲੇਮ ਕਰਦਾ ਪਰ ਉਹ ਆਪਣੇ ਨਾਂ ਤੇ ਨਹੀਂ ਲੈਂਦਾ। ਇੱਕ ਬੰਦਾ ਆਪਣੇ ਨਾਂ ਤੇ ਕਿੰਨੀਆਂ ਪ੍ਰਾਪਰਟੀਜ਼ ਲੈ ਸਕਦਾ? ਦੇਖੋ ਇਹ ਮਾਮਲਾ ਹੈਗਾ ਇਨਕਮ ਟੈਕਸ ਦਾ, ਆਇਕਰ ਦਾ, ਵੈਲਥ ਦਾ ਮਾਮਲਾ ਹੈ। ਇੱਕ ਬੰਦਾ ਆਪਣੇ ਨਾਮ ਤੋਂ 100 ਪ੍ਰਾਪਰਟੀ ਵੀ ਲੈ ਸਕਦਾ, 200 ਵੀ ਲੈ ਸਕਦਾ, ਉਹ ਇੰਡੀਵਿਜੂਅਲ ਹੈ, ਉਹ ਕੰਪਨੀ ਹੈ, ਟ੍ਰਾਂਸਪੇਰੈਂਸੀ ਉਹ ਇੱਕ ਅਲੱਗ ਮੁੱਦਾ ਹੈ। ਇਹ ਉਹਨੂੰ ਅਸੀਂ ਰੀਅਲ ਸਟੇਟ ਜਾਂ ਪ੍ਰਾਪਰਟੀ ਦੇ ਕਾਰੋਬਾਰ ਨਾਲ ਨਾ ਜੋੜੀਏ।
ਪ੍ਰਾਪਰਟੀ ਦਾ ਕਾਰੋਬਾਰ ਆਰਗੇਨਾਈਜ਼ਡ ਹੋਣਾ। ਬੇਨਾਮੀ ਬੰਦਾ ਉਹਦਾ ਇੱਕ ਡਿਪਾਰਟਮੈਂਟ ਦਾ ਕੰਮ ਹੈ ਨਾ ਜੀ। ਇੱਕ ਬੰਦਾ 100 ਪ੍ਰਾਪਰਟੀਆਂ ਲੈ ਰਿਹਾ, ਕਿਹਦੇ ਨਾਮ ਤੇ ਲੈ ਰਿਹਾ। ਪਰ ਮਾਨ ਸਾਹਿਬ ਜਦੋਂ ਅਸੀਂ ਅਨਆਰਗੇਨਾਈਜ਼ਡ ਚੀਜ਼ ਦੀ ਗੱਲ ਕਰਦੇ ਹਾਂ ਤੇ ਬੇਨਾਮੀ ਪ੍ਰਾਪਰਟੀ ਤੋਂ ਫਿਰ ਅਨਆਰਗੇਨਾਈਜ਼ਡ ਚ ਬੇਨਾਮੀ ਤੋਂ ਪ੍ਰਾਪਰਟੀ ਆਉਂਦੀ ਹੈ ਜੀ, ਆਉਂਦੀ ਹੈ। ਬੇਨਾਮੀ ਪ੍ਰਾਪਰਟੀ ਦੇ ਨਾਲ ਮਾਰਕੀਟ, ਦੇਖੋ ਗੱਲ ਫਿਰ ਉਹੀ ਆ ਗਈ ਨਾ, ਮਾਰਕੀਟ ਤੇ ਕੰਟਰੋਲ ਨਹੀਂ ਹੈ ਗਵਰਨਮੈਂਟ ਦਾ। ਬੇਨਾਮੀ ਪ੍ਰਾਪਰਟੀ ਨਾਲ ਆਮ ਆਦਮੀ ਮਰਦਾ, ਪ੍ਰਾਪਰਟੀ ਦੀ ਕੀਮਤ ਵੱਧ ਜਾਂਦੀ। ਆਮ ਆਦਮੀ ਦੇ ਚੀਜ਼ ਪਹੁੰਚਣ ਤੱਕ ਉਹ ਚੀਜ਼ ਬਹੁਤ ਮਹਿੰਗੀ ਹੋ ਜਾਂਦੀ ਹੈ। ਅੱਛਾ ਚਲੋ ਛੋਟੀ ਜੀ ਗੱਲ ਕਰਦੇ ਕਿਉਂਕਿ ਇਹ ਮੈਨੂੰ ਲੱਗਦਾ ਕਿ ਪਹਿਲਾ ਦਿਨ ਆ ਸਾਡਾ ਤੇ ਜੀ ਵੱਡੀਆਂ ਗੱਲਾਂ ਨੇ, ਬਹੁਤ ਗੱਲਾਂ। ਹਾਂ, ਆਪਾਂ ਬਹੁਤ ਅੱਗੇ ਚੱਲਣਾ ਹੈ ਜੀ, ਬਹੁਤ ਅੱਗੇ ਚੱਲਣਾ ਹੈ। ਬਿਲਕੁਲ। ਇੱਕ ਬੰਦਾ ਰਜਿਸਟਰੀ ਵੀ ਮੇਰੇ ਖਿਆਲ ਨਾਲ ਉਹ ਨਹੀਂ ਕਰਾਉਂਦਾ, ਜਾਂ ਉਹਨੂੰ ਮੈਨੂੰ ਲੱਗਦਾ ਕਿ ਜਦੋਂ ਕਿਸੇ ਤੋਂ ਪ੍ਰਾਪਰਟੀ ਲੈਂਦੇ ਆ ਤੇ ਲਈ ਕਿਸੇ ਹੋਰ ਮੁੱਲ ਤੇ ਹੁੰਦੀ ਆ, ਰਜਿਸਟਰੀ ਅਸੀਂ ਕਿਸੇ ਹੋਰ ਮੁੱਲ ਤੇ ਕਰਾਉਂਦੇ ਆ। ਫਿਰ ਉਹ ਗਵਰਨਮੈਂਟ ਕਹਿੰਦੀ ਹੈ ਕਿ ਜੀ ਇੰਨੇ ਸਸਤੇ ਰੇਟ ਤੇ ਮਕਾਨ ਤੇ ਫਿਰ ਸਰਕਾਰੀ ਜਿਹੜੀ ਖਰੀਦ ਹੁੰਦੀ ਆ ਉਹ ਉਸ ਮਾਮਲੇ ਤੇ ਹੁੰਦੀ ਆ। ਜੀ ਇਹਦੇ ਉੱਤੇ ਕੋਈ ਰਿਐਲਿਟੀ ਚੈੱਕ ਹੁੰਦਾ ਜਾਂ ਇਹ ਰਜਿਸਟਰੀ ਜਿਹੜੀ ਆ ਉਹ ਕਿਵੇਂ ਕੰਮ ਕਰਦੀ? ਨਹੀਂ, ਇਹ ਦੇਖੋ ਰਿਐਲਿਟੀ ਚੈੱਕ ਜਿਹੜਾ ਸਾਡਾ ਮੋਟਿਵ, ਦੇਖੋ ਪਹਿਲੇ ਇਹ ਜਿਹੜਾ ਇਹ ਮੁੱਦਾ ਹੈ ਇਨਕਮ ਟੈਕਸ ਦਾ, ਪੈਸੇ ਬਚਾਉਣ ਦਾ, ਸਟੈਂਪ ਡਿਊਟੀ ਬਚਾਉਣ ਦਾ। ਇਹ ਮੁੱਦਾ ਬਹੁਤ ਬਾਅਦ ਚੋਂ ਆਉਂਦਾ। ਪਹਿਲੇ ਤਾਂ ਪ੍ਰਾਪਰਟੀ ਦੀ ਖਰੀਦ ਫਰੋਖ, ਪ੍ਰਾਪਰਟੀ ਦੀ ਅਗਰ ਸੇਲ ਪਰਚੇਜ਼ ਹੋਏਗੀ ਤਾਂ ਹੀ ਰਜਿਸਟਰੀ ਹੋਏਗੀ ਨਾ ਜੀ, ਕਿ ਉਹਨੂੰ ਆਪਣੇ ਸੁਪਨਿਆਂ ਦਾ ਘਰ ਮਿਲੇ, ਬੰਦੇ ਨੂੰ ਟਾਈਮ ਸਿਰ ਮਿਲੇ। ਪ੍ਰਾਪਰਟੀ ਦਾ ਰੇਟ ਕੀ ਹੋਣਾ ਚਾਹੀਦਾ ਹੈ, ਅਸੀਂ ਉਹ ਬੜੇ ਹੀ ਐਲੀਮੈਂਟਸ ਨੇ। ਉਸ ਤੋਂ ਬਾਅਦ ਇਹ ਐਲੀਮੈਂਟਸ ਆਉਂਦਾ ਹੈ ਕਿ ਠੀਕ ਹੈ ਜੀ ਉਹਨਾਂ ਨੇ ਰਜਿਸਟਰੀਆਂ ਰੇਟ ਵੱਧ ਹੈ ਜਾਂ ਘੱਟ, ਉਹ ਇੱਕ ਰੈਵਨਿਊ ਡਿਪਾਰਟਮੈਂਟ ਹੈ। ਸਭ ਤੋਂ ਪਹਿਲੇ ਮੁੱਦਾ ਕੀ ਹੈ ਕਿ ਜਿਹੜੀ ਪ੍ਰਾਪਰਟੀਆਂ ਨੇ ਉਹ ਸਿਸਟਮ ਜਿਹੜਾ ਆਰਗੇਨਾਈਜ਼ਡ ਹੋਣਾ ਚਾਹੀਦਾ ਹੈ। ਅੱਛਾ ਮਾਨ ਸਾਹਿਬ, ਚਲੋ ਗੱਲ ਬਾਅਦ ਵਿੱਚ ਕਰ ਲੈਂਦੇ ਹਾਂ। ਜੀ ਜਦੋਂ ਤੁਸੀਂ ਕਹਿੰਦੇ ਹੋ ਕਿ ਬਿਲਡਰਸ ਨੇ ਇੱਕ ਨਵਾਂ ਹਾਊਸਿੰਗ ਪਲਾਨ ਸ਼ੁਰੂ ਕੀਤਾ, ਜੀ ਮੈਂ ਉਦਾਹਰਨ ਦੇ ਰਿਹਾ, ਤੇ ਟੋਕਨ ਮਨੀ ਜਿਹੜੀ ਆ ਬਹੁਤ ਸਾਰਿਆਂ ਨੇ ਬੁਕਿੰਗ ਮਨੀ ਜਿਹਨੂੰ ਅਸੀਂ ਕਹਿੰਦੇ ਆ ਬੁਕਿੰਗ ਮਨੀ ਦੇ ਦਿੱਤੀ। ਉਸ ਤੋਂ ਬਾਅਦ ਬਿਲਡਰ ਲਾਰੇ ਲਾ ਰਿਹਾ, ਜੀ ਸਾਲ ਲੱਗਦਾ, 2 ਸਾਲ ਲੱਗਦਾ, 5 ਸਾਲ ਲੱਗਦੇ, 6 ਸਾਲ ਲੱਗਦੇ, ਸੁਪਨਿਆਂ ਦਾ ਘਰ ਨਹੀਂ ਮਿਲਿਆ। ਬਿਲਕੁਲ ਇਦਾਂ ਦੀਆਂ ਧੋਖੇਧੜੀਆਂ ਇਹ ਇਕੱਲੀਆਂ ਹਾਊਸਿੰਗ ਪਲਾਨ 'ਚ, ਹਾਊਸਿੰਗ ਇਨਫਰਾਸਟ੍ਰਕਚਰ 'ਚ ਨਹੀਂ ਹੋ ਰਹੀਆਂ, ਬਹੁਤ ਸਾਰੇ ਹੋਰ ਪ੍ਰੋਪਰਟੀਜ਼ 'ਚ ਵੀ ਹੋ ਰਹੀਆਂ। ਜੀ ਧੋਖਾਧੜੀ ਹੈ ਤੇ ਤੋਂ ਬਚਿਆ ਕਿੱਦਾਂ ਜਾ ਸਕਦਾ? ਦੇਖੋ, ਧੋਖਾਧੜੀ ਤੋਂ ਬਚਣ ਦਾ ਇੱਕੋ ਤਰੀਕਾ ਹੈ ਕਿ ਅਗਰ ਤਾਂ ਰੈਗੂਲੇਟਰੀ ਸਟਰੋਂਗ ਹੋਏਗੀ, ਗਵਰਨਮੈਂਟ ਦੀ ਉੱਤੇ ਨਜ਼ਰ ਹੋਏਗੀ, ਇੱਕ ਕਾਨੂੰਨ ਬਣੇਗਾ, ਲੋਕਾਂ ਨੂੰ ਉਹਦੇ ਬਾਰੇ ਜਾਗਰੂਕ, ਲੋਕੀ ਵੀ ਜਾਗਰੂਕ ਨਹੀਂ ਹੈ। ਲੋਕੀ ਰੇਰਾ ਦੇ ਅਕੋਰਡਿੰਗਲੀ, ਗਵਰਨਮੈਂਟ ਕਹਿੰਦੀ ਹੈ ਕਿ ਰੇਰਾ ਪ੍ਰੋਜੈਕਟ ਅਪਰੂਵ ਕਰੋ, ਇਹਦੇ 'ਚ ਸਿਸਟਮ ਆ ਰਿਹਾ। ਅਸੀਂ ਹਰ ਸ਼ੋਅ ਦੇ ਉੱਤੇ ਆਪਾਂ ਇਹਦੇ ਬਾਰੇ ਰਿਐਲਿਟੀ ਚੈੱਕ ਕਰਾਂਗੇ। ਇੱਕ ਸਿਸਟਮ, ਉਹ ਗੱਲ ਰੇਰਾ ਹੀ ਹੈ, ਜਿਹੜੀ ਇੱਕ ਰੇਰਾ ਰੈਗੂਲੇਟਰੀ ਹੀ ਹੈ ਜਿਹੜੀ ਕਿ ਇਹ ਸਾਰੇ ਸਿਸਟਮ ਨੂੰ ਕੰਟਰੋਲ ਕਰ ਸਕਦੀ ਹੈ ਜੀ। ਹੁਣ ਉਹ ਲੋਕਾਂ ਦਾ ਕਿੰਨੀ ਕੁ ਜਾਗਰੂਕਤਾ ਆਉਂਦੀ ਹੈ, ਰੇਰਾ ਦੇ ਬਾਰੇ ਲੋਕਾਂ ਨੂੰ ਸਮਝ ਕਿੰਨੀ ਕੁ ਪੈਂਦੀ ਹੈ, ਇਹ ਹੁਣ ਉਹ 'ਤੇ ਡਿਪੈਂਡ ਕਰਦਾ ਹੈ, ਸਰਕਾਰਾਂ 'ਤੇ ਡਿਪੈਂਡ ਕਰਦਾ ਹੈ। ਜਦੋਂ ਹੁਣ ਆਪਾਂ ਕਹੀਏ ਕਿ ਲੋਕ ਆ, ਹੁਣ ਲੋਕ ਤਾਂ ਸਾਡੇ ਇਦਾਂ ਦੇ ਵੀ ਜਿਨ੍ਹਾਂ ਦੇ ਬੈਂਕ ਅਕਾਊਂਟ ਵੀ ਹੈ, ਤੁਸੀਂ ਉਹਨਾਂ ਨੂੰ ਰੇਰਾ ਕਿਵੇਂ ਸਮਝਾ ਸਕਦੇ ਹੋ? ਸੋ ਇਹ ਜ਼ਿੰਮੇਵਾਰੀ ਕਿਹਦੀ ਹੈ? ਉਹ ਬਹੁਤ ਘੱਟ ਲੋਕ ਨੇ। ਨਹੀਂ ਆ ਦੇਖੀ, ਹੁਣ ਆਲਮੋਸਟ ਜਿਹੜੇ ਹਰ ਲੋਕ ਕਿਉਂਕਿ ਬੈਂਕ ਲੋਨ ਬਹੁਤ ਆ ਚੁੱਕੇ ਨੇ, ਬੈਂਕ ਲੋਨਾਂ ਕਰਕੇ ਲੋਕੀ ਲੋਨ ਲੈਂਦੇ ਨੇ, ਠੀਕ ਹੈ, ਲੋਨ ਤੇ ਫਾਈਨਾਂਸ ਹੁੰਦਾ ਹੈ। ਅੱਛਾ ਮਾਨ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ, ਅਸੀਂ ਉਸ ਮੁਲਕ 'ਚ ਰਹਿੰਦੇ ਹਾਂ, ਬੈਂਕ ਅਕਾਊਂਟ ਨੂੰ ਸਿਰਫ ਐਗਜ਼ਾਮਪਲ ਦਿੱਤੀ ਸੀ। ਜੀ ਲੋਕਾਂ ਨੂੰ ਬਹੁਤ ਸਾਰੀਆਂ ਬੇਸਿਕ ਚੀਜ਼ਾਂ ਨਹੀਂ ਪਤਾ ਸੀ ਰੇਰਾ ਕਿੱਥੋਂ ਕਰ ਸਕਦੇ। ਹਾਂ, ਬਿਲਕੁਲ ਉਹਨਾਂ ਨੂੰ ਮੋਟਾ ਜਿਹਾ ਦੱਸਣਾ ਹੋਵੇ ਕਿ ਤੁਸੀਂ ਪ੍ਰਾਪਰਟੀ ਲੈਣ ਲੱਗੇ ਆ ਤੇ ਆਹ ਚੀਜ਼ਾਂ ਦਾ ਖਿਆਲ ਰੱਖੋ, ਤੇ ਉਹ ਕਿਹੜੀਆਂ ਨੇ? ਦੇਖੋ, ਇਸ ਤਰ੍ਹਾਂ ਹੈ ਕਿ ਆਲਮੋਸਟ ਨਾ ਹੁਣ 80% ਲੋਕ ਜਿਹੜੇ ਨੇ ਉਹ ਅਗਰ ਪ੍ਰਾਪਰਟੀ ਲੈਂਦੇ ਨੇ ਤਾਂ ਬੈਂਕ ਇਨਵੋਲਵਡ ਹੁੰਦਾ ਹੈ, ਕਿਉਂਕਿ ਹਾਊਸਿੰਗ ਲੋਨ, ਹਾਊਸਿੰਗ ਸਕੀਮਸ ਬੜੀ ਵਧੀਆ, ਬੜੀਆਂ ਸਿਸਟਮ ਬੜੇ ਬਣ ਗਏ ਨੇ। ਔਰ ਲੋਕੀ ਹੁਣ ਇਨਕਮ ਟੈਕਸ, ਕਾਫੀ ਲੋਕ ਇੰਡੀਆ ਦੇ ਜਿਹੜੇ ਇਨਕਮ ਟੈਕਸ ਪੇ ਕਰ ਰਹੇ ਨੇ। ਹੋਮ ਲੋਨ ਵੱਲ ਲੋਕਾਂ ਦਾ ਰੁਝਾਅ ਬਹੁਤ ਵਧੀਆ ਇਹ ਬਣ ਗਿਆ ਹੈ। ਤਾਂ ਸੋ ਉਹ ਕੰਬੀਨੇਸ਼ਨ ਹੈ, ਲੋਕਾਂ ਦੇ ਬੈਂਕ ਅਕਾਊਂਟ ਨੇ, ਹੋਮ ਲੋਨ ਤਾਂ ਲੈਣਾ ਹੀ ਪਏਗਾ। ਜਦੋਂ ਹੋਮ ਲੋਨ ਲੈਂਦੇ ਨੇ, ਬੈਂਕ ਵੀ ਰਿਸਟ੍ਰਿਕਸ਼ਨ ਦਿੰਦਾ ਹੈ ਕਿ ਰੇਰਾ ਅਪਰੂਵਡ ਹੋਣਾ ਚਾਹੀਦਾ ਹੈ, ਪਰ ਫਿਰ ਵੀ ਇੱਕ ਜਿਹੜਾ ਤਾਲਮੇਲ ਹੈ ਬਿਲਡਰ ਦਾ ਔਰ ਬੋਡੀ ਦਾ, ਉਹ ਸਟਰੋਂਗ ਹੋਣਾ ਚਾਹੀਦਾ ਹੈ। ਤੇ ਮੇਰੀ ਕੋਸ਼ਿਸ਼ ਹੈ ਔਰ ਟੀਵੀ ਪੰਜਾਬ ਦਾ ਸਹਿਯੋਗ ਦੇ ਨਾਲ ਅਸੀਂ ਰਿਐਲਿਟੀ ਚੈੱਕ ਹਰ ਪ੍ਰੋਜੈਕਟ ਦੀ ਅਸੀਂ ਤਹਿ 'ਚ ਜਾਵਾਂਗੇ, ਹਰ ਪ੍ਰੋਜੈਕਟ ਦੀ ਤਹਿ 'ਚ ਜਾ ਕੇ ਸਹੀ ਐਨਾਲਿਸਿਸ ਅਸੀਂ ਲੋਕਾਂ ਤੱਕ ਪਹੁੰਚਾਉਣਾ ਹੈ। ਇਹੋ ਰਿਐਲਿਟੀ ਚੈੱਕ ਦਾ ਮਕਸਦ ਹੋਣਾ ਚਾਹੀਦਾ ਹੈ, ਲੋਕਾਂ ਨੂੰ ਸੱਚਾਈ ਪੇਸ਼ ਕਰੀਏ, ਵਾਕਈ ਚਾਹੇ ਉਹ ਰੇਟ ਵੱਲੋਂ ਹੋਵੇ। ਸਭ ਤੋਂ ਵੱਡੀ ਸੱਚਾਈ ਰੇਟ ਹੁੰਦੀ ਹੈ, ਪ੍ਰਾਈਸ ਹੁੰਦੀ ਹੈ, ਨਾਪ ਤੋਲ ਕੇ। ਇਹ ਸਾਡਾ ਕੰਮ ਹੈ। ਜੇ ਅਸੀਂ ਟੀਵੀ ਪੰਜਾਬ ਨੇ ਬੇੜਾ ਚੱਕਿਆ ਹੈ ਰਿਐਲਿਟੀ ਚੈੱਕ ਦੇ ਵਿੱਚ ਪ੍ਰੋਜੈਕਟ ਦੀ ਗਹਿਰਾਈ, ਰੇਟ ਦੀ ਗਹਿਰਾਈ, ਨੋਰਮਸ,
ਲੀਗਲ ਨੌਰਮਸ, ਔਰ ਅਸੀਂ ਪੰਜਾਬ ਦੀ ਸਾਰੀਆਂ ਮੰਡੀਆਂ ਦੀ ਜਾਣਕਾਰੀ ਦਈਏ। ਵਾਕਈ। ਅੱਛਾ, ਮੈਂ ਵੀ ਦੱਸ ਦੇਵਾਂ ਕਿ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ। ਕਰਨਾ ਕੀ ਹੈ, ਟੀਵੀ ਪੰਜਾਬ ਦੀ ਵੈਬਸਾਈਟ ਤੇ ਜਾਣਾ ਹੈ, ਉੱਥੇ ਸਾਡੀ ਮੇਲ ਹੈ ਔਰ ਸਾਨੂੰ ਮੇਲ ਕਰ ਸਕਦੇ ਹੋ ਜੇ ਤੁਹਾਡਾ ਵੀ ਕਿਸੇ ਰੀਅਲ ਸਟੇਟ ਪ੍ਰਾਪਰਟੀ ਦੇ ਨਾਲ ਲੈ ਕੇ ਕੋਈ ਵੀ ਕੁਐਸਚਨ ਹੈ। ਔਰ ਉਸ ਤੋਂ ਬਾਅਦ ਇੱਕ ਹੋਰ ਮੈਂ ਗੱਲ ਕਹਿ ਦੇਵਾਂ ਕਿ ਕੋਸ਼ਿਸ਼ ਇਹ ਰਹੇਗੀ ਮਾਨ ਸਾਹਿਬ ਸਾਡੀ ਕਿ ਅਸੀਂ ਹਰ ਪ੍ਰਾਪਰਟੀ ਦਾ ਰਿਵਿਊ ਕਰਕੇ ਦਿਖਾਈਏ ਨਾ। ਜੀ ਅਸੀਂ ਸਟੈਪ ਬਾਈ ਸਟੈਪ ਹਰ ਪ੍ਰਾਪਰਟੀ ਦੀ ਮਾਰਕੀਟ ਦਾ ਜਲੰਧਰ ਦਾ, ਲੁਧਿਆਣੇ ਦਾ, ਚੰਡੀਗੜ੍ਹ ਦਾ ਇਨਵੈਸਟਮੈਂਟ ਕਿੱਦਾਂ ਹੋਣੀ ਚਾਹੀਦੀ ਹੈ, ਕਿੱਦਾਂ ਦਾ ਘਰ ਹੋਣਾ ਚਾਹੀਦਾ, ਕਿੱਥੇ ਘਰ ਹੋਣਾ ਚਾਹੀਦਾ ਹੈ ਹਨਾ, ਕੀ ਇਨਵੈਸਟਮੈਂਟ ਸੇਫ ਹੈ। ਫਿਰ ਜਿਹੜੇ ਸਾਡੇ NRI ਭਰਾ ਨੇ ਜਿਹੜੇ ਬਾਹਰ ਵਸਦੇ ਨੇ, ਉਹਨਾਂ ਨੇ ਆਪਣੀ ਪ੍ਰਾਪਰਟੀ ਵੇਚਣੀ ਹੁੰਦੀ ਹੈ ਔਰ ਰਾਈਟਸ ਦੀ ਬਹੁਤ ਬੜੀ ਪ੍ਰੋਬਲਮ, ਉਹਨਾਂ ਨੂੰ ਕੋਈ ਮੁਸ਼ਕਲ ਜਿਹੜੀ ਸਾਹਮਣਾ ਆਉਂਦਾ, ਅਸੀਂ ਉਹਨਾਂ ਦਾ ਜਿਹੜਾ ਮੁੱਦਾ ਹੈ ਉਹਨੂੰ ਅਸੀਂ ਪਹੁੰਚਾਈਏ ਸਰਕਾਰਾਂ ਤੱਕ, ਅਸੀਂ ਇੱਕ ਆਵਾਜ਼ ਬਣੀਏ ਲੋਕਾਂ ਦੀ ਹਨਾ। ਜਿਹੜੇ NRI ਨੇ ਉਹਨਾਂ ਨੇ ਆਪਣੇ ਖੇਤੀ ਦੀ ਜ਼ਮੀਨ ਵੇਚਣੀ, ਆਪਣੇ ਪਿੰਡ ਦੀ ਜ਼ਮੀਨ ਵੇਚਣੀ ਹੈ, ਉਹਨਾਂ ਨੂੰ ਇੱਕ ਜਾਣਕਾਰੀ ਦਈਏ ਕਿ ਆਹ ਜਿਹੜੀ ਸਥਿਤੀ ਹੈ, ਇਸ ਟਾਈਮ ਸਿਚੁਏਸ਼ਨ ਹੈ, ਉਹ ਸਾਡਾ ਮੇਰੇ ਹਿਸਾਬ ਨਾਲ ਮੁੱਦਾ ਹੋਣਾ ਚਾਹੀਦਾ ਟੀਵੀ ਪੰਜਾਬ ਦਾ ਰਿਐਲਿਟੀ ਚੈੱਕ ਦੇ ਵਿੱਚ। ਮੈਂ ਇਹਦੇ ਲਈ ਪੂਰਾ ਸਹਿਯੋਗ ਦੇਵਾਂਗਾ ਆਪਣਾ ਕਿ ਅਸੀਂ ਲੋਕਾਂ ਨੂੰ ਸੱਚਾਈ ਪੇਸ਼ ਕਰੀਏ ਜੀ। ਅੱਛਾ, ਜਦੋਂ ਤੁਸੀਂ ਲੋਕਾਂ ਦੀ ਸੱਚਾਈ ਦੀ ਗੱਲ ਕਰਦੇ ਹਾਂ ਤੇ ਤੁਸੀਂ ਕਿਹਾ NRIs ਦਾ ਮੁੱਦਾ। ਜੀ NRIs ਨੂੰ ਪ੍ਰੋਬਲਮ ਇਹ ਆਉਂਦੀ ਹੈ ਕਿ ਪਿੱਛੋਂ ਇੱਕ ਉਹਨਾਂ ਨੇ ਮਕਾਨ ਕਿਰਾਏ ਤੇ ਦੇ ਦਿੱਤਾ ਹੁੰਦਾ, ਪੰਜਾਬੀ ਵੈਸੇ ਤੇ ਗੱਲ ਜੀ ਜੇ ਉਹਨੇ ਸ਼ਹਿਰ ਦੇ ਵਿੱਚ ਇੱਕ ਮਕਾਨ ਲੈ ਰੱਖਿਆ ਤੇ ਕਿਸੇ ਨੂੰ ਦੇ ਦਿੱਤਾ 2 ਸਾਲ 3 ਸਾਲ ਕੰਟਰੈਕਟ ਨਹੀਂ ਹੋਇਆ। ਹਾਂ, ਪਰ ਪ੍ਰਾਪਰਟੀ ਦੇ ਜਿਹੜਾ ਕਹਿ ਲਈਏ ਕਿ ਵਸੀਅਤ ਸੀ ਉਹ ਬੰਦੇ ਦੇ ਨਾਂ ਤੇ ਹੁੰਦੀ ਹੈ। ਬਿਲਕੁਲ। ਫਿਰ ਉਸ ਤੋਂ ਬਾਅਦ ਕੇਸ ਲੜਿਆ ਜਾਂਦਾ ਤੇ ਬਹੁਤੇ ਕੇਸਾਂ ਦੇ ਵਿੱਚ ਉਹ ਕੇਸ ਹਾਰ ਜਾਂਦਾ ਹੈ। ਜੀ ਇਹਦੇ ਲਈ ਕੀ ਕਰਨਾ ਚਾਹੀਦਾ? ਇੱਕ ਛੋਟਾ ਜਿਹਾ ਟਿਪਸ। ਨਹੀਂ ਦੇਖੋ, ਇੱਕ ਮੁੱਦਾ ਡਿਫਰੈਂਟ ਹੈ, ਇਹ ਸਾਡੇ ਥੋੜੇ ਜਿਹੇ ਵਿਸ਼ੇ ਤੋਂ ਆਪਾਂ ਡਿਫਰੈਂਟ ਹੋ ਗਏ। ਇਹ ਲੀਗਲ ਦਾ ਮੈਟਰ ਆ ਗਿਆ। ਧੋਖਾਧੜੀ ਤਾਂ ਕਿੱਥੇ ਵੀ ਹੋ ਸਕਦੀ ਹੈ। ਧੋਖਾਧੜੀ ਤੋਂ ਬਚਣ ਦੇ ਲਈ ਸਰਕਾਰ ਨੇ ਰੈਂਟ ਦੇ ਐਗਰੀਮੈਂਟਸ ਨੇ, ਅਸੀਂ ਆਪਣੇ ਸ਼ੋਅ 'ਚ ਜਾਣਕਾਰੀ ਦੇਵਾਂਗੇ ਕਿ ਰੈਂਟ ਐਗਰੀਮੈਂਟ ਕਿੱਦਾਂ ਦਾ ਹੋਣਾ ਚਾਹੀਦਾ ਹੈ। ਹੁਣ ਕਿਸੇ ਨੇ ਆਪਣੇ ਰਿਸ਼ਤੇਦਾਰ ਨੂੰ ਬਿਠਾਤਾ, ਉਹ ਤਾਂ ਉਹਦੇ 'ਤੇ ਡਿਪੈਂਡ ਕਰਦਾ ਨਾ, ਇਹਦੇ ਝਗੜਾ ਹੋ ਗਿਆ ਹਨਾ ਜੀ। ਅਸੀਂ ਹੁਣ ਜ਼ਮੀਨ ਜਦੋਂ ਰੈਂਟ ਤੇ ਦੇਵਾਂਗੇ, ਰੈਂਟ ਦੇ ਉੱਤੇ ਵੀ ਗਵਰਨਮੈਂਟ ਨੂੰ ਬੋਡੀ ਬਣਾਉਣੀ ਚਾਹੀਦੀ ਹੈ। ਅਸੀਂ ਰੈਂਟ ਦੇ ਬਾਰੇ ਲੀਗਲ ਜਾਣਕਾਰੀ ਦੇ ਸਕਦੇ ਹਾਂ ਵੀ ਭਾਈ ਰੈਂਟ ਦਾ ਐਗਰੀਮੈਂਟ ਇਦਾਂ ਦਾ ਹੋਣਾ ਚਾਹੀਦਾ ਹੈ, ਰੈਂਟ ਐਗਰੀਮੈਂਟ ਇਸ ਤਰ੍ਹਾਂ ਦਾ ਬਣਾਓ ਤਾਂ ਕਿ ਤੁਹਾਡੀ ਕੋਈ ਪ੍ਰੋਬਲਮ ਨਾ ਹੋ ਸਕੇ। ਅੱਛਾ, ਦੂਸਰਾ ਸਵਾਲ ਮੇਰਾ ਇਹਦੇ ਨਾਲ NRIs ਦੇ ਨਾਲ ਸੰਬੰਧਿਤ ਆ ਕਿ NRI ਇੱਥੇ ਐਗਰੀਗੇਸ਼ਨ ਲੈਂਡ ਜਿਹੜੀ ਹੈ, ਜਿਹੜੀ ਖੇਤੀ ਵਾਲੀ ਲੈਂਡ ਆ, ਉਹ ਬਾਏ ਕਰ ਸਕਦਾ? ਹਾਂਜੀ NRI ਬਾਈ ਵੀ ਕਰ ਸਕਦੇ, ਲੇਕਿਨ NRI ਜਿਹੜੇ ਸਾਡੇ ਵੀਰ ਨੇ ਜਿਹੜੇ ਦੇਸਾਂ ਵਿਦੇਸਾਂ 'ਚ ਵਸਦੇ ਨੇ, ਉਹ ਸਾਰੇ ਪੰਜਾਬ ਤੋਂ ਗਏ ਨੇ ਔਰ ਉਹ 80% ਲੋਕ ਖੇਤੀਬਾੜੀ ਵਾਲੇ ਲੋਕ ਨੇ, ਉਹਨਾਂ ਦੀਆਂ ਜ਼ਮੀਨਾਂ ਇੱਥੇ ਪਈਆਂ ਨੇ। ਉਹ ਤਾਂ ਹੁਣ ਬਦਕਿਸਮਤੀ ਹੈ ਕਿ ਹੁਣ ਲੋਕੀ ਜ਼ਮੀਨਾਂ ਵੇਚਣੀਆਂ ਸ਼ੁਰੂ ਕਰਤੀਆਂ ਨੇ। ਔਰ ਅਸੀਂ ਇੱਕ ਪ੍ਰੋਡਕਟ ਤੇ ਕੰਮ ਕਰ ਰਹੇ ਹਾਂ ਕਿ ਜਿਹੜੀਆਂ ਜਿਹੜੇ ਰੂਰਲ ਏਰੀਏ ਨੇ ਉੱਥੇ ਤੁਸੀਂ ਟੂਰਿਜ਼ਮ ਬਹੁਤ ਵੱਧ ਸਕਦਾ। ਉੱਥੇ ਤੁਸੀਂ ਅਗਰ ਆਪਣਾ ਘਰ ਬਣਾਉਂਦੇ ਹੋ, ਲੋਕਾਂ ਦਾ ਹੁਣ ਤਾਂ ਰੁਝਾਵ ਜਿਹੜਾ ਉਹ ਇੱਕ ਆਰਗੈਨਿਕ ਲਿਵਿੰਗ ਵੱਲ ਆ ਗਿਆ। ਤੁਸੀਂ ਉੱਥੇ NRI ਭਰਾਵਾਂ ਨੂੰ, ਉਹ ਜਿਹੜੇ ਆਪਣੇ ਖੇਤਾਂ ਦੇ ਵਿੱਚ ਜ਼ਮੀਨ ਪਈ ਹੈ, ਉਹਨਾਂ ਦੀ ਹਵੇਲੀ ਪਈ ਹੈ, ਉਹਨੂੰ ਡਿਵੈਲਪ ਕਰਕੇ ਉਹਦਾ ਤਾਂ ਟੂਰਿਜ਼ਮ ਦੀ ਸਪੋਰਟ ਹੋ ਸਕਦੀ ਹੈ, ਆਪਣੇ ਸੱਭਿਆਚਾਰ ਦੇ ਨਾਲ ਅਸੀਂ ਜੁੜ ਸਕਦੇ ਹਾਂ, ਆਉਣ ਵਾਲੀ ਪੀੜ੍ਹੀ ਵਾਸਤੇ ਮਿਸਾਲ ਬਣ ਸਕਦੀ ਹੈ। ਆਰਗੈਨਿਕ ਵੱਲ ਤਾਂ ਪੂਰੀ ਦੁਨੀਆ ਤੁਰ ਪਈ ਹੈ। ਮੇਰਾ ਤਾਂ ਫਿਰ ਉਹ ਜਿਹੜਾ ਕਿ ਕਾਟੇਜ ਹੋਮ ਜਿਹੜੇ ਆ, ਯੈਸ ਉਹ ਆਪਾਂ ਆਪਣੇ ਸ਼ੋਅ ਦੇ ਵਿੱਚ ਉਹਦੇ ਬਾਰੇ ਜ਼ਰੂਰ ਇਹਨਾਂ ਨੂੰ ਆਪਾਂ ਇੱਕ ਮਿਸਾਲ ਦੇਵਾਂਗੇ ਵੀ ਇਸ ਤਰ੍ਹਾਂ ਵੀ ਇਹ ਬਿਜ਼ਨਸ ਓਪਰਚੁਨਿਟੀ ਦੇਵਾਂਗੇ। ਦੈਟ ਇਜ਼ ਅ ਓਪਰਚੁਨਿਟੀ ਜਿਹੜੀ ਬਾਕੀ ਬਹੁਤ ਸਾਰੇ ਵਿਸ਼ੇ ਤੁਹਾਡੇ ਨਾਲ ਸਾਂਝੇ ਕਰਾਂਗੇ। ਇਹ ਸਾਡਾ ਇੰਟਰੋਡਕਟਰੀ ਰਾਊਂਡ ਹੈ ਔਰ ਤੁਹਾਡੇ ਸਵਾਲ ਨੇ, ਹਰ ਵੀਕਐਂਡ ਇਹ ਪ੍ਰੋਗਰਾਮ ਹੋਇਆ ਕਰੇਗਾ। ਔਰ ਜੇ ਤੁਹਾਡੇ ਕੋਈ ਸਵਾਲ ਨੇ ਤਾਂ ਬਸ ਕਰਨਾ ਕੀ ਹੈ, ਤੁਸੀਂ ਸਾਡੀ ਵੈਬਸਾਈਟ ਹੈ ਉਹਦੇ ਤੁਸੀਂ ਜਾਣਾ ਹੈ ਜਾਂ ਫਿਰ ਸਾਨੂੰ ਮੇਲ ਕਰ ਸਕਦੇ ਹੋ contact@tvpunjab.com ਦੇ ਉੱਤੇ ਮੇਲ ਕਰ ਦੇਣੀ ਹੈ ਸਾਨੂੰ। ਔਰ ਜੋ ਤੁਹਾਡਾ ਸਵਾਲ ਹੋਵੇਗਾ ਉਹ ਹਨੀਮਾਨ ਨੂੰ ਮੈਂ ਪੁੱਛਾਂਗਾ ਔਰ ਉਮੀਦ ਹੈ ਕਿ ਤੁਹਾਡੇ ਜਿਹੜੇ ਪ੍ਰਾਪਰਟੀ ਦੇ ਨਾਲ ਸੰਬੰਧਿਤ ਮਸਲੇ ਨੇ ਉਹ ਜ਼ਰੂਰ ਸੁਧਰਨਗੇ। ਹਨੀ ਜੀ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ, ਥੈਂਕ ਯੂ ਜੀ।